ਸਤਿ ਸ਼੍ਰੀ ਅਕਾਲ। ਹੈਲੋ एवरीवन, ਦਿਸ ਇਜ਼ ਸਤਵਿੰਦਰ। ਹਾਂਜੀ, ਅੱਜ ਮੈਂ ਜੋ ਕਿ ਬਹੁਤ ਕੁਐਸਚਨ ਇਸ ਗੱਲ ਦਾ ਆਉਂਦਾ ਹੈ ਕਿ ਕਾਉਂਸਲਿੰਗ ਹੈ ਕੀ, ਔਰ ਇਹ ਕਾਉਂਸਲਿੰਗ ਸੈਸ਼ਨ ਕਿਹੋ ਜਿਹੇ ਹੁੰਦੇ ਹੈ, ਔਰ ਲਾਈਕ ਇਹਦੇ ਵਿੱਚ ਹੁੰਦਾ ਕੀ ਹੈ। ਸੋ ਮੈਂ ਪਲੀਜ਼ ਅੱਜ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਕਾਉਂਸਲਿੰਗ ਸੈਸ਼ਨ ਦੀ ਸ਼ੁਰੂਆਤ, ਜਿਵੇਂ ਤੁਸੀਂ ਡਾਕਟਰ ਨੂੰ ਮਿਲਣ ਜਾਂਦੇ ਹੋ, ਜੋ ਤੁਹਾਡਾ ਫਿਜ਼ੀਕਲ ਡਾਕਟਰ ਹੈ, ਤੁਸੀਂ ਜਦੋਂ ਉਹਨੂੰ ਮਿਲਣ ਜਾਂਦੇ ਹੋ ਉਹ ਤੁਹਾਨੂੰ ਆਪਣੇ ਰੂਮ ਦੇ ਵਿੱਚ ਬੁਲਾਉਂਦਾ ਹੈ ਤੇ ਤੁਹਾਡਾ ਫਿਜ਼ੀਕਲ ਚੈੱਕਅਪ ਕਰਦਾ ਹੈ। ਕਾਉਂਸਲਿੰਗ ਦੇ ਵਿੱਚ ਵੀ ਕ੍ਰਾਈਟੇਰੀਆ ਜਿਹੜਾ ਹੈਗਾ ਹੈ ਥੋੜਾ ਜਿਹਾ ਡਿਫਰੈਂਸ ਹੈ। ਇੱਥੇ ਕੁਝ ਫਿਜ਼ੀਕਲ ਚੈੱਕਅਪ ਨਹੀਂ ਹੈ, ਇੱਥੇ ਪ੍ਰੋਪਰ ਇੱਕ ਰੂਮ ਹੁੰਦਾ ਹੈ ਜਿਹਦੇ ਵਿੱਚ ਕਾਉਂਸਲਰ ਨੇ ਦੋ, ਜ਼ਿਆਦਾ ਕੁਝ ਸਮਾਨ ਨਹੀਂ ਹੁੰਦਾ, ਦੋ ਲਾਈਕ ਚੇਅਰਸ ਪਈਆਂ ਹੁੰਦੀਆਂ, ਲਾਈਕ ਯੂ ਕਹਿ ਦਿਓ ਕਿ ਦੋ ਸੋਫੇ ਹੈਗੇ ਨੇ। ਕਲਾਇੰਟ ਆਂਦਾ ਹੈ ਤੇ ਕਾਉਂਸਲਰ ਜਿਹੜਾ ਹੈ ਉਹਨੂੰ ਕੰਫਰਟੇਬਲੀ ਆ ਕੇ ਉਹਨੂੰ ਵੈਲਕਮ ਕਰਦਾ ਹੈ ਤੇ ਉਹ ਆ ਕੇ ਰੂਮ ਦੇ ਵਿੱਚ ਬੈਠਦਾ ਹੈ। ਸੋ ਕਾਉਂਸਲਰ ਐਂਡ ਕਲਾਇੰਟ ਦੋਨੋਂ ਨਾਰਮਲੀ ਕੰਫਰਟੇਬਲੀ ਇੱਕ ਦੂਜੇ ਦੇ ਸਾਹਮਣੇ ਬੈਠੇ ਹੈ, ਆਈ ਟੂ ਆਈ ਕੰਟੈਕਟ ਹੈਗਾ। ਉਹਦੇ ਵਿੱਚ ਕਾਉਂਸਲਰ ਕਲਾਇੰਟ ਤੋਂ ਕੁਝ ਥੋੜੀ ਜਿਹੀ ਇਨਫੋਰਮੇਸ਼ਨ ਲੈਂਦਾ ਹੈ, ਜੋ ਕਿ ਉਹਦੀ ਸਮ ਲਿਟਲ ਬਿਟ ਫਿਜ਼ੀਕਲ ਹਿਸਟਰੀ ਆਪਾਂ ਕਹਿ ਦਈਏ, ਜਾਂ ਉਹਦਾ ਬੈਕਗਰਾਊਂਡ ਥੋੜਾ ਜਿਹਾ, ਕਿਉਂਕਿ ਉਹਦੇ ਨਾਲ ਕਾਉਂਸਲਰ ਨੂੰ ਥੋੜਾ ਕੁਝ ਪਤਾ ਚੱਲਦਾ ਹੈ ਕਿ ਇਜ਼ ਦੇਅਰ ਰੀਅਲੀ ਸਾਈਕੋਲੋਜੀਕਲ ਇਸ਼ੂ ਔਰ ਕੁਝ ਮੈਡੀਕਲ ਔਰ ਫਿਜ਼ੀਕਲ ਰਿਲੇਟਡ ਇਸ਼ੂਜ਼ ਹੈਗੇ ਨੇ। ਸੋ ਉਹਦੇ ਨਾਲ ਕਾਉਂਸਲਰ ਨੂੰ ਜਾਂ ਥੈਰੇਪਿਸਟ ਨੂੰ ਅਸੈਸਮੈਂਟ ਕਰਨ ਵਾਸਤੇ ਥੋੜਾ ਈਜ਼ੀ ਹੁੰਦਾ ਹੈ, ਸੋ ਕਲਾਇੰਟ ਨੂੰ ਡਾਇਰੈਕਟ ਕਰ ਸਕੇ ਪ੍ਰੋਪਰਲੀ ਕਿ ਉਹਦੇ ਵਾਸਤੇ ਕਾਉਂਸਲਿੰਗ ਜਿਹੜੀ ਹੈਗੀ ਹੈ ਇਹ ਵਰਕ ਕਰੂਗੀ, ਔਰ ਇਹਦੇ ਨਾਲ ਮੈਡੀਕਲੀ ਵੀ ਉਹਨੂੰ ਕੁਝ ਹੈਲਪ ਲੈਣ ਦੀ ਲੋੜ ਹੈ। ਸੋ ਇੱਕ ਰੂਮ ਹੈ ਪ੍ਰੋਪਰ ਜਿਹਦੇ ਵਿੱਚ ਆਪਾਂ ਦੋ ਚੇਅਰਸ ਹੈ, ਉਹਦੇ ਵਿੱਚ ਕਾਉਂਸਲਰ ਤੇ ਕਲਾਇੰਟ ਬੈਠੇ ਹੋਏ ਨੇ। ਸੋ ਕਾਫੀ ਕੰਫਰਟੇਬਲ ਹੈ, ਔਰ ਉਸ ਰੂਮ ਦੇ ਵਿੱਚ ਹੋਰ ਕੋਈ ਨਹੀਂ ਹੈ, ਜੋ ਕਿ ਕੰਪਲੀਟਲੀ ਕਾਉਂਸਲਰ ਜਾਂ ਥੈਰੇਪਿਸਟ, ਤੁਸੀਂ ਹਮੇਸ਼ਾ ਸੁਣਿਆ ਹੋਣਾ ਹੈ ਕਿ ਕੌਨਫੀਡੈਂਸ਼ੀਅਲ। ਸੋ ਕੌਨਫੀਡੈਂਸ਼ੀਅਲ ਹੈ, ਸੇਫ ਐਨਵਾਇਰਨਮੈਂਟ ਹੈ, ਉਹਦੇ ਵਿੱਚ ਦੋ ਜਾਣੇ ਕਾਉਂਸਲਰ ਐਂਡ ਕਲਾਇੰਟ ਬੈਠੇ ਨੇ। ਹੁਣ ਇਹਦੇ ਵਿੱਚ ਇਹ ਹੈ ਇੱਕ ਟਾਕ ਥੈਰੇਪੀ, ਯਾਨੀ ਕਿ ਕਾਉਂਸਲਰ ਜਿਹੜੇ ਹੈਗੇ ਆ ਤੇ ਕਲਾਇੰਟ ਦੋਨੋਂ ਮਿਲ ਕੇ ਉਹ ਜੋ ਕਲਾਇੰਟ ਦੀ ਪ੍ਰੋਬਲਮ ਹੈ ਉਹਨੂੰ ਕਾਉਂਸਲਰ ਸੁਣਦਾ ਹੈ, ਔਰ ਨਾਲ ਨਾਲ ਉਹ ਕਲਾਇੰਟ ਨੂੰ ਵੀ ਅਵੇਅਰਨੈਸ ਦਿੰਦਾ ਹੈ ਕਿ ਤੂੰ ਵੀ ਆਪਣੀ ਆਵਾਜ਼ ਨੂੰ ਸੁਣ, ਕਿ ਜੋ ਕੁਐਸਚਨ, ਜੋ ਪ੍ਰੋਬਲਮ ਜਾਂ ਸਿਚੁਏਸ਼ਨਸ ਜੋ ਤੇਰੀਆਂ ਹੈਗੀਆਂ, ਯੂ ਵਿਲ ਆਲਸੋ ਮੇਕ yourself more aware about that। ਤੈਨੂੰ ਆਪਣੀ ਉਹ ਸਿਚੁਏਸ਼ਨਸ ਦੇ ਬਾਰੇ, ਤੈਨੂੰ ਆਪਣੀ ਪ੍ਰੋਬਲਮਸ ਦੇ ਬਾਰੇ ਥੋੜਾ ਜਿਹਾ ਹੋਰ ਪਤਾ ਚੱਲੂਗਾ, ਯੈਸ, ਜਦੋਂ ਤੂੰ ਮੈਨੂੰ ਐਕਸਪਲੇਨ ਕਰ ਰਿਹਾ ਹੈ। ਸੋ ਬੇਸਿਕਲੀ ਹੁੰਦਾ ਹੈ ਕਿ ਇਹਨੂੰ ਦੋਨੋਂ ਮਿਲ ਕੇ ਉਹਨੂੰ ਨੈਵੀਗੇਟ ਕਰਦੇ, ਯਾਨੀ ਕਿ ਉਸ ਪ੍ਰੋਬਲਮ ਦੇ ਡੀਪ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। ਕਾਉਂਸਲਰ ਉਹਦੇ ਤੋਂ ਕੁਐਸਚਨ ਪੁੱਛ ਰਿਹਾ ਹੈ ਔਰ ਉਹਨੂੰ ਉਹ ਸਿਚੁਏਸ਼ਨ ਬਾਰੇ ਹੋਰ ਅਵੇਅਰ ਕਰਾ ਰਿਹਾ ਹੈ। ਹੁਣ ਇਹਦੇ ਨਾਲ ਨਾਲ ਜਦੋਂ ਉਹ ਸਿਚੁਏਸ਼ਨਸ ਜਿਹੜੀ ਹੈਗੀ ਹੈ ਉਹ ਦੱਸੀ ਜਾ ਰਹੀ ਹੈ ਥਰੂ ਦ ਕਲਾਇੰਟ, ਕਾਉਂਸਲਰ ਨਾਲ ਨਾਲ ਉਹਨੂੰ ਸਾਈਕੋ ਐਜੂਕੇਸ਼ਨ ਪ੍ਰੋਵਾਈਡ ਕਰਦਾ ਹੈ। ਇੱਥੇ ਮੈਂ ਐਗਜ਼ਾਮਪਲ ਦਊਂਗੀ। ਸਾਈਕੋ ਐਜੂਕੇਸ਼ਨ ਦਾ ਮਤਲਬ ਹੈ ਕਿ ਅਗਰ ਆਪਾਂ ਕੋਈ ਲੈ ਲਈਏ ਕਿ ਕੋਈ ਰਿਲੇਸ਼ਨਸ਼ਿਪ ਇਸ਼ੂ ਹੈ, ਜਾਂ ਤਾਂ ਉਹਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਿ ਬਹੁਤ ਸਾਰੀ ਮਿਸਅੰਡਰਸਟੈਂਡਿੰਗ, ਯੈਸ। ਸੋ ਜੋ ਮਿਸਅੰਡਰਸਟੈਂਡਿੰਗ ਹੈ ਉਹਦੇ ਕਰਕੇ ਕੌਨਫਲਿਕਟਸ ਜਿਹੜੇ ਹੈਗੇ ਨੇ, ਲੜਾਈਆਂ ਜਿਹੜੀਆਂ ਹੈਗੀਆਂ ਹੋ ਰਹੀਆਂ। ਤਾਂ ਇੱਥੇ ਹੁਣ ਜਿਹੜਾ ਪਾਰਟ ਹੈ ਐਜ਼ ਏ ਕਾਉਂਸਲਰ ਕਲਾਇੰਟਸ ਨੂੰ ਜਿਹੜਾ ਸਾਈਕੋ ਐਜੂਕੇਸ਼ਨ ਦੇਣੀ ਹੈ, ਉਹ ਇੱਥੇ ਦੇਣੀ ਹੈ ਕਿ ਵਟ ਇਜ਼ ਪੋਜ਼ਿਟਿਵ ਕਾਉਂਸਲਿੰਗ, ਉਹ ਸੌਰੀ ਵਟ ਇਜ਼ ਪੋਜ਼ਿਟਿਵ ਕਮਿਊਨੀਕੇਸ਼ਨ, ਜਾਂ ਸੋ ਪੋਜ਼ਿਟਿਵ ਕਮਿਊਨੀਕੇਸ਼ਨ ਕੀ ਹੈ, ਯੈਸ, ਔਰ ਕਮਿਊਨੀਕੇਸ਼ਨ ਸਕਿੱਲ ਜਿਹੜੀ ਹੁੰਦੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਸਟੈਪਸ ਹੈਗੇ ਨੇ, ਔਰ ਇਹ ਟੈਕਨੀਕਸ ਜਿਹੜੀ ਹੈਗੀ ਹੈ ਇਹ ਇੱਥੇ ਕਿਸ ਤਰੀਕੇ ਨਾਲ ਜਿਹੜੀ ਮਿਸਅੰਡਰਸਟੈਂਡਿੰਗ ਹੈ ਉਹਨੂੰ ਦੂਰ ਕਰ ਸਕਦੀ ਹੈ, ਕੌਨਫਲਿਕਟਸ ਜਿਹੜੀ ਹੈਗੀ ਹੈ ਉਹਨਾਂ ਨੂੰ ਕਿਵੇਂ ਮੈਨੇਜ ਕਰ ਸਕਦੇ ਹੈ, ਯੈਸ। ਸੋ ਉਹ ਜਿਹੜੀ ਸਾਈਕੋ ਐਜੂਕੇਸ਼ਨ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ, ਲਾਈਕ ਕਮਿਊਨੀਕੇਸ਼ਨ ਸਕਿੱਲ, ਲਿਸਨਿੰਗ ਸਕਿੱਲ, ਕੌਨਫਲਿਕਟਸ ਰੈਜ਼ੋਲੂਸ਼ਨ ਸਕਿੱਲ, ਪ੍ਰੋਬਲਮ ਸੋਲਵਿੰਗ ਸਕਿੱਲ। ਸੋ ਇਹ ਮੈਂ ਐਗਜ਼ਾਮਪਲ ਦੇ ਰਹੀ ਹਾਂ ਰਿਲੇਸ਼ਨਸ਼ਿਪ ਦੇ ਉੱਤੇ। ਉਸੇ ਤਰੀਕੇ ਨਾਲ ਕਿ
ਅਗਰ ਐਂਗਜ਼ਾਇਟੀ ਔਰ ਸਟ੍ਰੈਸ ਹੈ ਕਲਾਇੰਟ ਨੂੰ, ਤਾਂ ਉਹ ਦੱਸ ਸਕਦਾ ਹੈ ਕਿ ਕੀ ਐਪੀਸੋਡ ਹੋਏ ਨੇ, ਕੀ ਸਿਚੁਏਸ਼ਨਸ ਆਈਆਂ ਹੈ, ਜਾਂ ਕਿਹੜੀ ਸਟੇਜਸ 'ਤੇ ਕੀ ਕਿਦੋਂ ਉਹਨੂੰ ਇਹ ਲੱਗਿਆ ਕਿ ਮੈਨੂੰ ਲਾਈਕ ਮੈਨੂੰ ਐਂਗਜ਼ਾਇਟੀ ਹੈ, ਔਰ ਐਂਗਜ਼ਾਇਟੀ ਕਿਦੋਂ ਉਹਨੂੰ ਸ਼ੁਰੂ ਹੋਈ, ਜਾਂ ਕਿਹੜੀ ਚੀਜ਼ਾਂ ਉਹਨੂੰ ਐਂਗਜ਼ਾਇਟੀ ਟ੍ਰਿਗਰ ਕਰਦੀ ਹੈ, ਲਾਈਕ ਕਿਦੋਂ ਐਂਗਜ਼ਾਇਟੀ ਟ੍ਰਿਗਰ ਕਰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਕਲਾਇੰਟ ਨੂੰ ਜਦੋਂ ਕਾਉਂਸਲਰ ਨੂੰ ਦੱਸ ਰਿਹਾ, ਉਹਦੇ ਉੱਤੇ ਕਾਉਂਸਲਰ ਨੂੰ ਔਰ ਥੈਰੇਪਿਸਟ ਨੂੰ ਐਕਸਪਲੋਰ ਕਰ ਰਿਹਾ ਮੋਰ ਐਂਡ ਮੋਰ ਥਾਟਸ, ਐਂਡ ਉੱਥੇ ਉਹਨੂੰ ਫਿਰ ਹੁਣ ਇੱਥੇ ਉਹਨੂੰ ਕੋਪਿੰਗ ਸਟ੍ਰੈਟਜੀਜ਼, ਕਿ ਇੱਥੇ ਉਹ ਆਪਣੇ ਆਪ ਦਾ ਧਿਆਨ ਕਿਵੇਂ ਰੱਖ ਸਕਦਾ ਹੈ। ਤਾਂ ਕੋਪਿੰਗ ਸਟ੍ਰੈਟਜੀਜ਼ ਹੁੰਦੀਆਂ, ਕੋਪਿੰਗ ਟੈਕਨੀਕਸ ਹੁੰਦੀਆਂ, ਸਕਿੱਲਸ ਹੁੰਦੀਆਂ ਜੋ ਉਹਨੂੰ ਸਿਖਾਈਆਂ ਜਾਂਦੀਆਂ, ਜਿਹਦੇ ਵਿੱਚ ਆਪਾਂ ਇਹ ਕਹਿ ਲਿਓ ਕਿ ਮਾਈਂਡਫੁਲਨੈਸ ਐਕਸਰਸਾਈਜ਼, ਯੈਸ, ਔਰ ਮੈਡੀਟੇਸ਼ਨ, ਔਰ ਇੱਥੇ ਤੈਨੂੰ ਆਪਦੀ ਸੈਲਫ ਕੇਅਰ ਕਰਨ ਦੀ ਲੋੜ ਹੈ, ਜਾਂ ਔਰ ਮੇ ਬੀ ਦਾ ਜਰਨਲ ਰਾਈਟਿੰਗ। ਦੇਰ ਆਰ ਮੈਨੀ ਟੈਕਨੀਕਸ ਜਿਹੜੀਆਂ ਹੈ ਡਿਪੈਂਡ ਔਨ ਦ ਕਲਾਇੰਟ ਸਿਚੁਏਸ਼ਨ, ਔਰ ਡਿਪੈਂਡ ਔਨ ਦ ਕਲਾਇੰਟਸ ਲਾਈਕ ਦ ਅਫੋਰਡੇਬਿਲਿਟੀ ਔਰ ਸਿਚੁਏਸ਼ਨ ਬੇਸਿਸ ਉਹ ਸਿਖਾਈਆਂ ਜਾਂਦੀਆਂ। ਯਾ ਸੋ ਇਸ ਤਰੀਕੇ ਨਾਲ ਜਿਹੜੇ ਕਾਉਂਸਲਿੰਗ ਸੈਸ਼ਨ ਹੈ, ਇਟਸ ਨੋਟ ਲਾਈਕ ਦ ਵਨ ਟਾਈਮ, ਜਿਵੇਂ ਆਪਾਂ ਕਹੀਏ ਕਿ ਇੱਕ ਵਾਰ ਦਵਾਈ ਖਾਣ ਨਾਲ ਤੁਹਾਡੀ ਉਹ ਪ੍ਰੋਬਲਮ ਸੋਲਵ ਨਹੀਂ ਹੋਗੀ, ਦੇਰ ਇਜ਼ ਅ ਕੋਰਸ। ਉਸੇ ਤਰੀਕੇ ਨਾਲ ਕਾਉਂਸਲਿੰਗ ਦੇ ਵਿੱਚ ਵੀ ਸੈਸ਼ਨਸ ਜਿਹੜੇ ਹੈਗੇ ਆ, ਜਿਹਨੂੰ ਅਸੀਂ ਕਹਿੰਦੇ ਕਾਉਂਸਲਿੰਗ ਸਿਟਿੰਗ ਔਰ ਕਾਉਂਸਲਿੰਗ ਸੈਸ਼ਨ ਜਿਹੜੇ ਹੈਗੇ ਆ, ਉਹ ਲਾਏ ਜਾਂਦੇ ਆ। ਉਹ ਡਿਪੈਂਡ ਔਨ ਦਾ ਕਿ ਕਲਾਇੰਟ ਜਿਹੜਾ ਹੈਗਾ ਉਸ ਥੈਰੇਪੀ ਨੂੰ, ਟ੍ਰੀਟਮੈਂਟ ਨੂੰ ਕਿਸ ਤਰੀਕੇ ਨਾਲ ਲੈ ਰਿਹਾ, ਔਰ ਉਹਦੇ ਉੱਤੇ ਕਿੰਨਾ ਲਾਈਕ ਕਿ ਪਾਰਟਿਸਿਪੇਟ ਕਰ ਰਿਹਾ ਐਕਟਿਵਲੀ, ਔਰ ਉਹਦੇ ਉੱਤੇ ਕਿੰਨਾ ਇਨਪੁਟ ਪਾ ਰਿਹਾ। ਸੋ ਈਚ ਕਲਾਇੰਟ ਦਾ ਟ੍ਰੀਟਮੈਂਟ ਜਿਹੜਾ ਹੈਗਾ ਹੈ ਉਹ ਡਿਫਰੈਂਟ ਹੋਊਗਾ। ਈਚ ਕਲਾਇੰਟਸ ਦੇ ਸੈਸ਼ਨਸ ਜਿਹੜੇ ਹੈਗੇ ਆ ਉਹ ਡਿਫਰੈਂਟ ਹੋਣੇ ਹੈ। ਲਾਈਕ ਕਿਸੇ ਨੂੰ ਅਗਰ 5 ਸੈਸ਼ਨ ਦੇ ਵਿੱਚ ਉਹ ਚੀਜ਼ ਪ੍ਰੋਬਲਮ ਤੋਂ ਉਹ ਬਾਹਰ ਆ ਰਿਹਾ ਹੈਗਾ, ਯੈਸ, ਉਹਦੀ ਜਿਹੜੀ ਰਿਲੇਸ਼ਨਸ਼ਿਪ ਹੈਗੀ ਹੈ ਉਹ ਬੈਟਰ ਹੋ ਗਈ ਹੈ, ਉਹਦੀ ਐਂਗਜ਼ਾਇਟੀ ਸਟ੍ਰੈਸ ਜਿਹੜੀ ਹੈਗੀ ਹੈ ਉਹ ਲਾਈਕ ਉਹਨੇ ਇੰਪਰੂਵ ਕਰ ਲਿਆ ਹੈ, ਔਰ ਮੈਨੇਜ ਕਰਨਾ ਸਿੱਖ ਲਿਆ, ਐਂਡ ਹੀ ਇਜ਼ ਔਰ ਸ਼ੀ ਇਜ਼ ਮੂਵਿੰਗ ਫਾਰਵਰਡ। ਸੋ ਕਿਸੇ ਦੇ ਵਾਸਤੇ 5 ਹੈ, ਕਿਸੇ ਵਾਸਤੇ 8 ਹੈ, ਔਰ ਕਿਸੇ ਦੇ ਵਾਸਤੇ ਮੋਰ ਹੈਗੇ। ਸੋ ਇਟਸ ਵੈਰੀ ਹਾਰਡ ਟੂ ਸੇ ਕਿ ਕਿੰਨੇ ਸੈਸ਼ਨ ਲੱਗਣੇ ਹੈ, ਬਟ ਇਹ ਮੈਂ ਮਾਹੌਲ ਜਿਹੜਾ ਹੈ ਇਸ ਵੈਰੀ ਪੀਸਫੁਲ, ਵੈਰੀ ਜਿਸੇ ਕਹੀਏ ਕਿ ਕੰਫਰਟੇਬਲ ਹੈ, ਕੰਪਲੀਟਲੀ ਸੇਫ ਹੈ। ਜਿਹੜਾ ਕਾਉਂਸਲਰ ਹੈ ਉਹ ਕਲਾਇੰਟ ਤੋਂ ਜੋ ਡਿਸਕਸ ਕਰ ਰਿਹਾ ਹੈ ਉਹਦੇ ਥੋੜ੍ਹੇ ਜਿਹੇ ਨੋਟਸ ਲੈਂਦਾ ਹੈ, ਇਹਦੇ ਬਾਰੇ ਪਤਾ ਚੱਲੇ ਕਿ ਉਹ ਪ੍ਰੋਗਰੈਸ ਜਿਹੜੀ ਹੈਗੀ ਆ ਉਹ ਦੇਖ ਸਕੇ, ਕਿ ਅੱਗੇ ਨੈਕਸਟ ਸੈਸ਼ਨ ਦੇ ਵਿੱਚ ਆਪਾਂ ਕਿਹੜੇ ਲਾਈਕ ਕਿਹੜੀ ਚੀਜ਼ ਨੂੰ ਆਪਾਂ ਡਿਸਕਸ ਕਰਨਾ ਹੈ, ਔਰ ਕਿਵੇਂ ਮੂਵ ਫਾਰਵਰਡ ਹੋਣਾ ਹੈ। ਸੋ ਦੈਟਸ ਅ ਰੀਅਲੀ ਗੁੱਡ ਵੇ। ਐਂਡ ਤੁਸੀਂ ਦੇਖੋਗੇ ਕਿ ਇਹ ਟ੍ਰੀਟਮੈਂਟ ਦੇ ਵਿੱਚ ਕਲਾਇੰਟ ਜਿਹੜਾ ਹੈ ਹੌਲੀ ਜਿਵੇਂ ਸੈਸ਼ਨ ਅੱਗੇ ਵੱਧ ਰਿਹਾ ਹੈ, ਉਹਦੇ ਵਿੱਚ ਉਹ ਕੰਫਰਟੇਬਲ ਫੀਲ ਕਰਨ ਲੱਗ ਜਾਂਦਾ ਹੈ, ਉਹਨੂੰ ਇੱਕ ਡਿਫਰੈਂਟ ਫੀਲਿੰਗ ਸ਼ੁਰੂ ਹੋ ਜਾਂਦੀ ਹੈ, ਲਾਈਕ ਜਿਵੇਂ ਕਹਿੰਦੇ ਕਿ ਲਾਈਟ ਫੀਲਿੰਗ ਸ਼ੁਰੂ ਹੋ ਜਾਂਦੀ ਹੈ, ਉਹਨੂੰ ਕੰਫਰਟੇਬਲ ਲੱਗਣਾ ਸ਼ੁਰੂ ਹੋ ਜਾਂਦਾ ਹੈ, ਉਹ ਆਪਣੇ ਰਿਸ਼ਤਿਆਂ ਦੇ ਵਿੱਚ ਹੈਪੀਨੈਸ ਫੀਲ ਕਰਨਾ ਸ਼ੁਰੂ ਕਰ ਦਿੰਦਾ ਹੈ, ਔਰ ਐਂਗਜ਼ਾਇਟੀ ਸਟ੍ਰੈਸ ਹੈ ਤਾਂ ਉਹਦੇ ਵਿੱਚ ਉਹ ਮੈਨੇਜ ਕਰਨਾ ਸ਼ੁਰੂ ਕਰ ਦਿੰਦਾ ਹੈ, ਚਾਹੇ ਉਹ ਵਰਕ ਐਂਗਜ਼ਾਇਟੀ ਹੈ ਔਰ ਲਾਈਕ ਦ ਪਰਸਨਲ ਇਸ਼ੂਜ਼ ਹੈ ਸਮਥਿੰਗ। ਸੋ ਇਹ ਮੈਂ ਇੱਥੇ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕਾਉਂਸਲਿੰਗ ਜਿਹੜੀ ਹੈਗੀ ਹੈ ਇੱਕ ਪਿਓਰਲੀ ਟਾਕ ਥੈਰੇਪੀ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਥੈਰੇਪੀਜ਼ ਹੈਗੀਆਂ। ਅੱਜ ਕੱਲ੍ਹ ਤਾਂ ਹੋਰ ਨਵੀਂ ਥੈਰੇਪੀਜ਼ ਆਈ ਜਾ ਰਹੀਆਂ, ਜਿਹਦੇ ਵਿੱਚ ਆਪਾਂ ਕਹੀਏ ਕਿ ਕੋਗਨੀਟਿਵ ਬਿਹੇਵੀਅਰ ਥੈਰੇਪੀ ਹੈ, ਸ਼ਾਰਟ ਟਰਮ ਥੈਰੇਪੀ ਹੈ, ਫੈਮਿਲੀ therapy or couple therapies hai. There are many therapies, yes, so depend on the clients, the situation and the issues jehda therapist hai wo apni approaches nu use karda hai, but completely talk therapy hai kafi like eda long term jehda hega benefit hega hai, aur inu ਜਦੋਂ ਤੁਸੀਂ ਪ੍ਰੋਪਰ ਸੀਰੀਅਸਲੀ ਇਹਦੇ ਵਿੱਚ ਆਪਣੇ ਇਨਪੁਟ ਪਾਉਂਦੇ ਹੋ, ਐਕਟਿਵਲੀ ਪਾਰਟਿਸਿਪੇਟ ਕਰਦੇ ਹੋ, ਓਪਨਲੀ ਡਿਸਕਸ ਕਰਦੇ ਹੋ, ਜਿਹੜਾ ਕਾਉਂਸਲਰ ਹੈ ਉਹ ਤੁਹਾਨੂੰ ਆਪਣੀ ਸਟ੍ਰੈਟਜੀਜ਼ ਦੇ ਨਾਲ, ਡਿਫਰੈਂਟ ਅਪਰੋਚਸ ਦੇ ਨਾਲ ਉਹਦੇ ਵਿੱਚੋਂ ਕਢਵਾਉਂਦਾ ਹੈ। ਇਟਸ ਲਾਈਕ ਯੂ ਲਰਨ ਹਾਊ ਟੂ ਕੋਪ ਵਿਦ, ਔਰ ਤੁਸੀਂ ਹੋਰ ਵੀ ਲਰਨ ਕਰਦੇ ਹੋ ਕਿ ਇਹਦੇ ਤੋਂ ਮੈਂ ਸਟ੍ਰੈਸ ਐਂਗਜ਼ਾਇਟੀ ਤੋਂ ਜਸਟ ਹਾਊ ਟੂ ਗੈਟ ਰਿਡ ਆਫ ਦਿਸ ਐਂਡ ਹਾਊ ਟੂ ਮੈਨੇਜ that, yes, and also like you learn the many different skills, yes, to like to function properly or like betterment, yeah. So
ਅਗਰ ਤੁਹਾਡਾ ਕੋਈ ਵੀ ਕੁਐਸਚਨ ਹੈ ਇਸ ਤੋਂ ਰਿਲੇਟਡ ਹੋਰ ਜਿਹੜਾ ਕਿ ਸ਼ਾਇਦ ਮੈਂ ਕਵਰ ਨਹੀਂ ਕੀਤਾ ਹੈ, ਤੁਸੀਂ ਬਿਲਕੁਲ ਮੈਨੂੰ ਤੁਸੀਂ ਕਮੈਂਟਸ ਪਾ ਸਕਦੇ ਹੋ। ਤੁਸੀਂ ਮੇਰੀ ਹੋਰ ਵੀ ਵੀਡੀਓਜ਼ ਜਿਹੜੀਆਂ ਹੈਗੀਆਂ YouTube ਤੇ ਉਹ ਦੇਖ ਸਕਦੇ ਹੋ, ਔਰ ਕੋਈ ਵੀ ਕੁਐਸਚਨ ਹੈ ਤੁਸੀਂ ਕਮੈਂਟਸ ਪਾ ਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਮੈਨੂੰ ਲੱਗ ਰਿਹਾ ਕਿ ਸ਼ਾਇਦ ਕਿਉਂਕਿ ਕੁਐਸਚਨ ਬਹੁਤ ਆਉਂਦਾ ਹੈ ਕਿ ਕਾਉਂਸਲਿੰਗ ਜਿਹੜੀ ਹੈਗੀ ਹੈ ਕੀ ਹੈਗੀ ਹੈ, ਔਰ ਇਹਦੇ ਵਿੱਚ ਕਿਵੇਂ ਲਾਈਕ ਕੀ ਕੀਤਾ ਜਾਂਦਾ ਹੈ। ਸੋ ਬਹੁਤ ਲੋਕਾਂ ਦੇ ਵਿੱਚ ਇੱਕ ਹੋਰ ਹੈ ਜਿਹੜਾ ਮੈਨੂੰ ਹੁਣ ਗੱਲਬਾਤ ਕਰੇ ਧਿਆਨ ਆ ਗਿਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਇਹ ਕੋਈ ਸਟਿਗਮਾ ਹੈ, ਲਾਈਕ ਦ ਅਗਰ ਮੈਂ ਕਾਉਂਸਲਰ ਕੋਲ ਜਾਊਂਗੀ ਤਾਂ ਲੋਕੀ ਮੈਨੂੰ ਸ਼ਾਇਦ ਸਮਝेंगे ਕਿ ਆਈ ਹੈਵ ਦ ਮੈਂਟਲ ਇਸ਼ੂ ਔਰ ਸਮਥਿੰਗ। ਨੋ, ਇਟਸ ਨਾਟ ਲਾਈਕ ਦੈਟ। ਜਿਵੇਂ ਤੁਹਾਨੂੰ ਫਿਜ਼ੀਕਲ ਪ੍ਰੋਬਲਮ ਹੈ, ਸਰੀਰ ਦੀ ਕੋਈ ਪ੍ਰੋਬਲਮ ਹੈਗੀ ਹੈ, ਤੁਸੀਂ ਡਾਕਟਰ ਕੋਲ ਜਾਂਦੇ ਹੋ ਔਰ ਉਹਦਾ ਟ੍ਰੀਟਮੈਂਟ ਲੈਂਦੇ ਹੋ, ਦਵਾਈ ਲੈਂਦੇ ਹੋ ਔਰ ਆਪਣੇ ਆਪ ਨੂੰ ਠੀਕ ਕਰਦੇ ਹੋ। ਉਸੇ ਤਰੀਕੇ ਨਾਲ ਇਹ ਇੱਕ ਮੈਂਟਲ ਪ੍ਰੋਬਲਮ ਹੈ ਜੋ ਤੁਹਾਡੇ ਜੋ ਸਾਈਕੋਲੋਜੀਕਲ ਪ੍ਰੋਬਲਮ ਹੈ, ਜੋ ਤੁਹਾਡੇ ਇਮੋਸ਼ਨਸ ਜਿਹੜੇ ਹੈਗੇ ਹੈ ਉਹਦੇ ਉੱਤੇ ਕਿਵੇਂ ਤੁਸੀਂ ਉਹਨੂੰ ਰੈਗੂਲੇਟ ਕਰਨਾ ਹੈ, ਜੋ ਤੁਹਾਡੇ ਥਾਟ ਪ੍ਰੋਸੈਸ ਹੈ, ਜੋ ਤੁਹਾਡੀ ਅੱਜ ਦੀ ਲਾਈਫ ਦੇ ਉੱਤੇ ਲਾਈਕ ਅੱਜ ਦੀ ਤੁਹਾਡੀ ਜਿਹੜੀ ਡੇਲੀ ਲਾਈਫ ਹੈ ਉਹਦੇ ਉੱਤੇ ਇੰਪੈਕਟ ਕਰ ਰਹੀ ਹੈ ਨਾ ਤੁਹਾਡੀ ਸੋਚ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜੋ ਵੀ ਕੁਝ ਆਪਾਂ ਸੋਚਦੇ ਹਾਂ ਔਰ ਜੋ ਵੀ ਆਪਣਾ ਸੋਚਣ ਦਾ ਤਰੀਕਾ ਹੈ ਉਹ ਸਾਡੇ ਐਟੀਟਿਊਡ ਤੇ ਸਾਡੇ ਬਿਹੇਵੀਅਰ ਤੇ ਇੰਪੈਕਟ ਕਰਦੀ ਹੈ। ਸੋ ਇਹਦੇ ਲਈ ਇਹ ਇੱਕ ਦਵਾਈ ਵਾਂਗੂ ਹੈ, ਲਾਈਕ ਟ੍ਰੀਟਮੈਂਟ ਇਜ਼ ਅ ਮੈਡੀਸਨ, ਇਜ਼ ਲਾਈਕ ਅ ਸਾਈਕੋਲੋਜੀਕਲ ਮੈਡੀਸਨ। ਸੋ ਤੁਸੀਂ ਇਹਦੇ ਲਈ ਨਾ ਹੀ ਸ਼ਰਮਾਨਾ ਹੈ, ਨਾ ਹੀ ਘਬਰਾਣਾ ਹੈ, ਨਾ ਹੀ ਇਹਦੇ ਲਈ ਕੋਈ ਨੈਗੇਟਿਵ ਥਾਟ ਕ੍ਰੀਏਟ ਕਰਨ ਦੀ ਲੋੜ ਹੈ ਕਿ ਲਾਈਕ ਮੈਂ ਅਗਰ ਜਾਊਂਗੀ ਤਾਂ ਕੋਈ ਲੋਕੀ ਮੈਨੂੰ ਕੀ ਸਮਝਣਗੇ। ਨਹੀਂ, ਇਹ ਤੁਹਾਡਾ ਸੋਲਿਊਸ਼ਨ ਤੁਹਾਨੂੰ ਸਿਖਾਉਂਦੀ ਹੈ ਕੰਪਲੀਟਲੀ ਟਾਕ ਥੈਰੇਪੀ। ਇਟਸ ਵੈਰੀ ਰੀਅਲੀ, ਜਿਵੇਂ ਮੈਂ ਤੁਹਾਨੂੰ ਦੱਸਾਂ ਕਿਉਂਕਿ ਮੈਂ ਇਸ ਫੀਲਡ ਦੇ ਵਿੱਚ ਪਿਛਲੇ ਮੋਰ ਦੈਨ 20 ਸਾਲਾਂ ਤੋਂ ਹੈ ਔਰ ਮੈਂ ਆਪਣੇ ਲਾਈਕ ਮੈਂ ਕੀ ਦੱਸਾਂ ਕਿ ਮੈਂ ਕਿੰਨੇ ਕਲਾਇੰਟ ਦੇਖ ਚੁੱਕੀ ਹਾਂ। ਔਰ ਜਦੋਂ ਕਲਾਇੰਟਸ ਆਉਂਦਾ ਹੈ ਔਰ ਉਹਦੇ ਵਿੱਚ ਉਹ ਜਿਹੜੇ ਉਹ ਚੇਂਜ ਦੇਖਦਾ ਆਪਣੇ ਅੰਦਰ, ਉਹ ਜਦੋਂ ਇਹ ਬੋਲਦੇ ਆ ਕਿ ਮੈਨੂੰ ਪਤਾ ਨਹੀਂ ਕੀ ਲੱਗ ਰਿਹਾ ਕਿ ਮੇਰੇ ਲਾਈਕ ਮੈਨੂੰ ਮੈਂ ਕਿਉਂ ਐ ਲੱਗ ਰਿਹਾ ਜਿਵੇਂ ਕਿ ਮੈਂ ਉੱਡ ਰਿਹਾ, ਲਾਈਕ ਮੈਨੂੰ ਬਹੁਤ ਅੱਛੀ ਫੀਲਿੰਗ ਹੋ ਰਹੀ ਹੈ। ਉਹਦਾ ਕੀ ਮਤਲਬ ਹੈ? ਇਟਸ ਨਾਟ ਲਾਈਕ ਕਿ ਤੁਹਾਡੇ ਬੋਡੀ ਤੇ ਵੇਟ ਸੀਗਾ, ਇਟਸ ਲਾਈਕ ਤੁਹਾਡੇ ਥਾਟਸ ਜਿਹੜੇ ਹੈਗੇ ਆ ਉਹ ਇੰਨੇ ਹੈਵੀ, ਇੰਨੇ ਨੈਗੇਟਿਵ, ਇੰਨੇ ਇੰਟੈਂਸ ਆ ਰਹੇ ਸੀ, ਇੰਨੇ ਸਟ੍ਰੈਸਫੁਲ ਸੀ ਕਿ ਤੁਹਾਡਾ ਜਿਹੜਾ ਪ੍ਰੈਸ਼ਰ ਹੈ ਉਹ ਬੋਡੀ ਤੇ ਤੁਸੀਂ ਫੀਲ ਕਰ ਰਹੇ ਸੀ। ਸੋ ਇਹ ਜਿਹੜੀਆਂ ਚੀਜ਼ਾਂ ਦੀ ਅੰਡਰਸਟੈਂਡਿੰਗ, ਸਮਝ ਜਿਹੜੀ ਹੈਗੀ ਹੈ ਬਹੁਤ ਜ਼ਰੂਰੀ ਹੈ ਔਰ ਇਹ ਤੁਹਾਨੂੰ ਬਹੁਤ ਹੈਲਪ ਕਰਦੀ ਹੈ। ਤੁਸੀਂ ਲਾਈਕ ਤੁਸੀਂ ਮੂਵ ਫਾਰਵਰਡ ਹੁੰਦੇ ਹੋ, ਤੁਸੀਂ ਮਹਿਸੂਸ ਕਰਨਾ ਮਤਲਬ ਖੁਸ਼ੀਆਂ ਤੁਹਾਨੂੰ ਮਹਿਸੂਸ ਹੋਣੀਆਂ ਸ਼ੁਰੂ ਹੋ ਜਾਂਦੀਆਂ। ਨਹੀਂ ਤਾਂ ਕਿੰਨੀ ਵਾਰ ਅਸੀਂ ਸੁਣਿਆ ਕਿ ਅਸੀਂ ਗੈਦਰਿੰਗ ਦੇ ਵਿੱਚ ਵੀ ਹੈ ਲੇਕਿਨ ਸਾਨੂੰ ਹੈਪੀਨੈਸ ਨਹੀਂ ਹੈ, ਮੇਰੇ ਕੋਲ ਸਾਰਾ ਕੁਝ ਹੈ ਪਰ ਫਿਰ ਵੀ ਮੈਂ ਖੁਸ਼ ਨਹੀਂ ਹੈ। ਤਾਂ ਇਹੋ ਜਿਹੀ ਚੀਜ਼ਾਂ ਦੇ ਸਵਾਲ ਜਿਹੜੇ ਹੈਗੇ ਹੈ, ਤੁਹਾਡੇ ਜਿਹੜੇ ਆਨਸਰ ਹੈ ਤੁਹਾਨੂੰ ਜਿਹੜੇ ਉਹ ਥੈਰੇਪੀ ਦੇ ਵਿੱਚ ਮਿਲਦੇ ਆ, ਸੈਸ਼ਨ ਦੇ ਵਿੱਚ ਮਿਲਦੇ ਆ। ਸੋ ਪਲੀਜ਼ ਜੋ ਵੀ ਕੋਈ ਕੁਐਸਚਨ ਹੈ ਤੁਸੀਂ ਬਿਲਕੁਲ ਮੈਨੂੰ ਕਮੈਂਟ ਕਰੋ, ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ। ਅੱਜ ਵਾਸਤੇ ਇੰਨਾ ਹੀ। ਅਗਰ ਕੁਝ ਹੋਰ ਵੀ ਕੁਐਸਚਨ ਹੈ ਜਿਵੇਂ ਮੈਂ ਪਹਿਲਾਂ ਬੋਲਿਆ ਕਿ ਜ਼ਰੂਰ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਓਕੇ ਜੀ, ਸਤਿ ਸ਼੍ਰੀ ਅਕਾਲ।